ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਜਿਵੇਂ ਕਿ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤੀਸਰਾ ਅਧਿਆਇ ਜਿਹੜਾ 10ਵੀਂ ਕਲਾਸ ਦਾ ਸੀਗਾ, ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ, ਉਹ ਅਸੀਂ ਉਹਦੇ ਕੁਐਸਚਨ ਜਿਹੜੇ ਉਹ ਡਿਸਕਸ ਕਰ ਰਹੇ ਸੀਗੇ। ਠੀਕ ਹੈ, ਇਸ ਤੋਂ ਪਹਿਲਾਂ ਆਪਾਂ ਦੋ ਜਿਹੜੇ ਗ੍ਰਾਫ ਵਾਲੇ ਕੁਐਸਚਨਸ ਹੈ ਉਹ ਆਪਾਂ ਪਰਫਾਰਮ ਕੀਤੇ ਸੀਗੇ। ਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਐਕਸਰਸਾਈਜ਼ 3.2 ਦਾ ਜਿਹੜਾ ਸੈਕਿੰਡ ਕੁਐਸਚਨ ਹੈ ਔਰ ਥਰਡ ਕੁਐਸਚਨ ਹੈ ਉਹ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਤੋ ਉਸ ਤੋਂ ਪਹਿਲਾਂ ਕੁਝ ਮੁੱਢਲੀ ਜਾਣਕਾਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਜਿਵੇਂ ਕਿ ਚੈਪਟਰ ਦਾ ਨਾਮ ਜਿਹੜਾ ਸਾਡੇ ਕੋਲ ਹੈ, ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ। ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ। ਠੀਕ ਹੈ, ਤੋ ਜਨਰਲ ਫਾਰਮ ਦੇ ਵਿੱਚ ਆਪਾਂ ਦੋ ਜੋੜੇ ਜਿਹੜੇ ਲੈ ਲੈਂਦੇ ਆ। ਇੱਕ ਸਾਡੇ ਕੋਲ a1x plus b1y plus c1 equals to 0 और दूसरा a2x plus b2y plus c2 equals to 0। ठीक है, ਇਹਦੇ ਵਿੱਚ a1 b1 ਜਿਹੜੇ ਸਾਡੇ ਕੋਲ a1 b1 ਹੈ ਜਾਂ c1 ਹੈ ਜਾਂ a2 c2 b2, ਇਹ ਸਾਡੇ ਕੋਲ ਕੋਈ ਵੀ ਜਿਹੜੀਆਂ ਵਾਸਤਵਿਕ ਸੰਖਿਆਵਾਂ ਹੋ ਸਕਦੇ ਆ, ਕੋਈ ਵੀ ਕਨਸਟੈਂਟ ਜਿਹੜੇ ਉਹ ਸਾਡੇ ਕੋਲ ਹੋ ਸਕਦੇ ਨੇ। ਇਸ ਤੋਂ ਬਾਅਦ ਜਿਹੜੇ ਸਾਡੇ ਕੋਲ ਇਹਦੇ ਵਿੱਚ ਚੱਲ ਨੇ ਉਹ x ਤੇ y ਨੇ, ਤੁਸੀਂ ਦੋਨਾਂ 'ਚ ਦੇਖ ਸਕਦੇ ਹੋ। ਦੋ ਚੱਲ ਨੇ, ਉਹਨਾਂ ਦੀ ਜਿਹੜੀ ਘਾਤ ਹੈ ਉਹ ਸਾਡੇ ਕੋਲ ਇੱਕ ਹੈ ਚਲਾਂ ਦੀ, ਤੋ ਇਸ ਕਰਕੇ ਰੇਖੀ ਸਮੀਕਰਨਾਂ ਹੈਗੀਆਂ ਸਾਡੇ ਕੋਲ। ਠੀਕ ਹੈ, ਦੋ ਸਮੀਕਰਨਾਂ ਨੇ, ਇਸ ਕਰਕੇ ਆਪਾਂ ਕਹਿੰਦੇ ਆ ਕਿ ਇਹ ਸਾਡੇ ਕੋਲ ਦੋ ਰੇਖੀ ਸਮੀਕਰਨਾਂ ਦਾ ਇੱਕ ਜੋੜਾ ਹੈ। ਠੀਕ ਹੈ, ਹੁਣ ਇਸ ਸਮੀਕਰਨ ਦਾ ਕੋਈ ਨਾ ਕੋਈ ਸਾਡੇ ਕੋਲ ਜਿਹੜਾ ਉਹ ਹੱਲ ਹੁੰਦਾ ਹੈ। ਠੀਕ ਹੈ, ਹੱਲ ਦਾ ਭਾਵ ਹੈ ਕਿ ਕੋਈ ਨਾ ਕੋਈ x ਦੀ ਇਹੋ ਜਿਹੀ ਕੀਮਤ ਹੋਏਗੀ, ਕੋਈ ਨਾ ਕੋਈ y ਦੀ ਇਹੋ ਜਿਹੀ ਕੀਮਤ ਹੋਏਗੀ ਜਿਹੜੀ ਕਿ x ਤੇ y ਦੀ ਕੀਮਤ ਇਹ ਦੋਨੋਂ ਸਮੀਕਰਨਾਂ ਨੂੰ ਸੰਤੁਸ਼ਟ ਕਰੇਗੀ। ਪਹਿਲੀ ਨੂੰ ਵੀ ਸੰਤੁਸ਼ਟ ਕਰੇਗੀ ਤੇ ਦੂਜੇ ਨੂੰ ਵੀ ਸੰਤੁਸ਼ਟ ਕਰੇਗੀ। ਭਾਵ ਹੈ ਕਿ ਜਦੋਂ x ਤੇ y ਦੀ ਕੋਈ ਵੀ ਕੀਮਤ ਜਿਹੜੀ ਐਸੀ ਹੋਏਗੀ, ਸਾਡੇ ਕੋਲ ਜਿਹੜਾ ਇਹਨਾਂ ਦਾ ਹੱਲ ਹੋਏਗਾ, ਉਹਨੂੰ ਅਸੀਂ ਜਦੋਂ ਲੈਫਟ ਸਾਈਡ ਦੇ ਵਿੱਚ ਫਿਲ ਕਰਾਂਗੇ ਖੱਬੇ ਪਾਸੇ, ਤਾਂ ਸਾਡੇ ਕੋਲ ਖੱਬਾ ਪਾਸਾ ਜਿਹੜਾ ਹੈ ਉਹ ਸੱਜੇ ਪਾਸੇ ਦੇ ਬਰਾਬਰ ਹੋ ਜਾਏਗਾ। ਠੀਕ ਹੈ, ਜਿੱਦਾਂ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਲੈ ਲੈਂਦੇ ਹਾਂ, 2x minus 3y plus 1 equals to 0। ਠੀਕ ਹੈ, तो ਇਹਦੇ ਚ ਜੇ ਅਸੀਂ x ਦੀ ਕੀਮਤ ਲਈਏ 4 ਤੇ y ਦੀ ਕੀਮਤ ਲਈਏ ਆਪਾਂ 3। ਠੀਕ ਹੈ, तो ਜਦੋਂ x ਦੀ ਕੀਮਤ ਆਪਾਂ ਇੱਥੇ ਭਰਾਂਗੇ ਔਰ y ਦੀ ਕੀਮਤ ਜਿਹੜੀ ਆ ਇੱਥੇ ਭਰਾਂਗੇ ਤਾਂ ਸਾਡੇ ਕੋਲ ਕੀ ਬਣੇਗਾ, 2। x ਦੀ ਜਗ੍ਹਾ ਤੇ ਸਾਡੇ ਕੋਲ 4 ਆ ਜਾਏਗਾ, -3 y ਦੀ ਜਗ੍ਹਾ ਤੇ ਸਾਡੇ ਕੋਲ 3 ਆ ਜਾਏਗਾ, +1 equals to 0। तो ਇਹ ਸਾਡੇ ਕੋਲ 4 दूनी कितने हो गए 8, 3 ਤੀਆ कितने हो गए 9 ਤੇ +1 equals to 0। ਹੁਣ ਇਹ ਸਾਡੇ ਕੋਲ 8 ਜਿਹੜਾ ਪਲੱਸ ਦਾ ਹੈ, ਇੱਕ ਪਲੱਸ ਦਾ ਹੈ, ਇਹ ਸਾਡੇ ਕੋਲ 8 ਤੇ ਇੱਕ 9 ਹੋ ਜਾਣਗੇ। 9 ਘਟਾਓ 9 ਬਰਾਬਰ 0, तो 9 ਦੇ ਵਿੱਚੋਂ 9 ਘਟਾਏ ਸਾਡੇ ਕੋਲ 0 ਬਰਾਬਰ 0। ਠੀਕ ਹੈ, तो ਜਿਹੜਾ ਸੱਜਾ ਪਾਸਾ ਸੀ ਸਾਡੇ ਕੋਲ ਤੇ ਖੱਬਾ ਪਾਸਾ ਸੀ, ਦੋਨੋਂ ਕੀ ਹੈ ਬਰਾਬਰ ਹੋ ਗਏ। ਖੱਬੇ ਪਾਸੇ ਵੀ ਸਾਡੇ ਕੋਲ 0 ਜਿਹੜੀ ਹੈ ਉਹ ਬਣ ਗਈ। तो ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇਹ ਸਾਡੇ ਕੋਲ x equals to 4, x ਦੀ ਕੀਮਤ 4 ਤੇ y ਦੀ ਕੀਮਤ ਜਿਹੜੀ ਸਾਡੇ ਕੋਲ 3 ਹੈ, ਇਹ ਸਾਡੇ ਕੋਲ ਇਸ ਸਮੀਕਰਨ ਦਾ ਕੀ ਹੈ, ਹੱਲ ਹੈ। ਠੀਕ, तो ਇਸੇ ਢੰਗ ਦੇ ਨਾਲ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਨਾ ਕੋਈ ਐਸੀ x ਤੇ y ਦੀ ਜਿਹੜੀ ਸਾਡੇ ਕੋਲ ਕੀਮਤ ਆ ਜਾਏ ਜਿਹੜੀ ਕਿ ਦੋਨੋਂ ਸਮੀਕਰਨਾਂ ਨੂੰ ਹੱਲ ਕਰੇ, ਕੋਈ ਵੀ ਦੋ ਸਮੀਕਰਨਾਂ ਜੋ ਸਾਨੂੰ ਦਿੱਤੀਆਂ ਹੋਣ। ਠੀਕ ਹੈ, ਤਾਂ ਇਹ ਜਿਹੜਾ ਸਾਡੇ ਕੋਲ ਉਸ ਸਮੀਕਰਨਾਂ ਦੇ ਜੋੜੇ ਦਾ ਜਿਹੜਾ ਸਾਡੇ ਕੋਲ ਹੱਲ ਬਣ ਜਾਂਦਾ। ਠੀਕ ਹੈ, ਜਿੱਦਾਂ ਇਹੀ x ਤੇ y ਦੀ ਕੀਮਤ ਲਈ ਅਸੀਂ ਇੱਕ ਹੋਰ ਸਮੀਕਰਨ ਕੋਈ ਦੇਖ ਲੈਂਦੇ ਹਾਂ, ਜਿਵੇਂ 3x minus 3y minus 3 बराबर 0। तो इस समीकरण ਦੇ ਵਿੱਚ ਜਦੋਂ ਅਸੀਂ x ਦੀ ਕੀਮਤ 4 ਤੇ y ਦੀ ਕੀਮਤ 3 ਭਰਾਂਗੇ, ਫਿਰ ਸਾਡੇ ਕੋਲ ਕੀ ਆਏਗਾ, ਇਹ ਬਣ ਜਾਏਗਾ 3 ਗੁਣਾ 4 minus 3 ਗੁਣਾ 3 minus 3 बराबर 0। ठीक है ना, x की जगह ਤੇ ਸਾਡੇ ਕੋਲ ਇਹ 4 ਆ ਗਿਆ और y ਦੀ ਜਗ੍ਹਾ ਤੇ ਆਪਾਂ ਇੱਥੇ 3 ਭਰ ਲਿਆ। तो 4 ਤੀਏ 12 -3 ਤੀਆ 9 -3 बराबर 0। ठीक,
तो 12 ਸਾਡੇ ਕੋਲ ਇਹ ਮਾਈਨਸ ਦੇ 9 ਨੇ, ਮਾਈਨਸ ਦੇ 3 ਨੇ, ਇਹ ਸਾਡੇ ਕੋਲ ਮਾਈਨਸ ਦੇ 12 ਹੋ ਜਾਣਗੇ ਬਰਾਬਰ 0। तो 12 ਦੇ ਵਿੱਚੋਂ 12 ਮਾਈਨਸ ਕੀਤੇ 0 ਬਰਾਬਰ 0। ਠੀਕ ਹੈ, तो ਆਪਾਂ ਦੇਖ ਸਕਦੇ ਹਾਂ ਕਿ ਇਸ ਸਮੀਕਰਨ ਦੇ ਵਿੱਚ ਵੀ ਜਦੋਂ ਅਸੀਂ x ਬਰਾਬਰ 4 ਤੇ y ਬਰਾਬਰ 3 ਭਰਿਆ ਤਾਂ ਇਹ ਵੀ ਸਾਡੇ ਕੋਲ ਇਸ ਸਮੀਕਰਨ ਦਾ ਹੱਲ ਹੈ, ਕਿਉਂਕਿ ਸਮੀਕਰਨ ਦੇ ਦੋਨੋਂ ਪਾਸੇ ਸਾਡੇ ਕੋਲ ਅਖੀਰ ਦੇ ਵਿੱਚ ਕੀ ਹੋ ਜਾਂਦੇ ਨੇ, ਬਰਾਬਰ ਹੋ ਜਾਂਦੇ ਨੇ। ਠੀਕ ਹੈ, तो इस तरह ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਜਿਹੜਾ x ਬਰਾਬਰ 4 ਤੇ y ਬਰਾਬਰ 3 ਹੈ ਉਹ ਸਾਡੇ ਕੋਲ ਇਸ ਸਮੀਕਰਨ ਦਾ ਵੀ ਹੱਲ ਹੈ ਔਰ ਇਸ ਸਮੀਕਰਨ ਦਾ ਵੀ ਹੱਲ ਹੈ। तो ਇਹ ਸਾਡੇ ਕੋਲ ਇਹ ਦੋਨੋਂ ਸਮੀਕਰਨਾਂ ਦਾ ਜਿਹੜਾ ਸਾਡੇ ਕੋਲ ਜੋੜਾ ਹੈ, ਜੋੜੇ ਦਾ ਹੱਲ ਜਿਹੜਾ ਸਾਡੇ ਕੋਲ ਉਹ ਇਹ ਬਣ ਜਾਂਦਾ x ਬਰਾਬਰ 4 ਤੇ y ਬਰਾਬਰ 3। ਠੀਕ ਹੈ, तो ਇਸੇ ਤਰ੍ਹਾਂ ਜਦੋਂ ਵੀ ਸਾਨੂੰ ਦੋ ਸਮੀਕਰਨਾਂ ਦਾ ਕੋਈ ਵੀ ਜੋੜਾ ਦਿੱਤਾ ਹੋਇਆ ਹੈ ਤੇ ਉਹਨਾਂ ਦੇ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਉਹਦਾ ਹੱਲ ਜਿਹੜਾ ਉਹ ਸਾਡੇ ਕੋਲ ਸੰਭਵ ਹੋਵੇ, ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ ਹੈ, ਇੱਕ ਵੀ ਹੋ ਸਕਦਾ ਹੈ ਤੇ ਬਹੁਤ ਅਣਗਿਣਤ ਹੱਲ ਵੀ ਹੋ ਸਕਦੇ ਨੇ। ਠੀਕ ਹੈ, ਮੈਨੂੰ ਉਮੀਦ ਹੈ ਕਿ ਜੋ ਚੀਜ਼ ਇੱਥੇ ਮੈਂ ਡਿਸਕਸ ਕੀਤੀ ਹੈ ਉਹ ਜ਼ਰੂਰ ਤੁਸੀਂ ਸਮਝ ਗਏ ਹੋਵੋਗੇ। ਤੇ ਅਗਰ ਕੋਈ ਚੀਜ਼ ਨਹੀਂ ਪਤਾ ਲੱਗੀ, ਕੋਈ ਡਾਊਟ ਹੈ ਤਾਂ ਦੁਬਾਰਾ ਰਿਪੀਟ ਕਰਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ। ਠੀਕ ਹੈ, तो ਇਸ ਤੋਂ ਬਾਅਦ ਹੁਣ ਆਪਾਂ ਅੱਗੇ ਗੱਲ ਕਰਾਂਗੇ। ਇਹ ਤਾਂ ਸਾਡੇ ਕੋਲ ਸੀ ਕਿ ਸਮੀਕਰਨਾਂ ਦੇ ਦੋ ਸਮੀਕਰਨਾਂ, ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਦਾ ਹੱਲ ਤੋਂ ਸਾਡਾ ਕੀ ਭਾਵ ਹੈ, ਹੱਲ ਤੋਂ ਸਾਡਾ ਕੀ ਭਾਵ ਹੈ। ਠੀਕ ਹੈ, ਤਾਂ ਹੱਲ ਉਹ ਜਿਹੜਾ ਦੋਨੋਂ ਸਮੀਕਰਨਾਂ ਨੂੰ ਸੰਤੁਸ਼ਟ ਕਰੇ ਉਹਨੂੰ ਅਸੀਂ ਸਮੀਕਰਨਾਂ ਦਾ ਹੱਲ ਕਹਿੰਦੇ ਹਾਂ। ਠੀਕ ਹੈ, ਹੱਲ ਇੱਕ ਹੋਵੇ, ਸਮੀਕਰਨ ਦੋਨਾਂ ਨੂੰ ਹੀ ਸੰਤੁਸ਼ਟ ਕਰਨਾ ਚਾਹੀਦਾ ਹੈ। ਹਾਂਜੀ, कोई भी समीकरण साढ़े कोल मैं इत्थे दोबारा लिख लेना a1x प्लस b1y c1 इक्वल्स टू 0, a2x प्लस b2y प्लस c2 इक्वल्स टू 0। ठीक है, हाँ जी, तो ये समीकरणों का साढ़े कोल की हो सकता है, की इन्हां दा हल हो सकता है। इहदे साढ़े कोल तीन केस हुंदे ने। पहला हुंदा है साढ़े कोल विलक्षण हल, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਯੂਨੀਕ ਸੋਲੂਸ਼ਨ ਜਿਹੜਾ ਐਗਜ਼ਿਸਟ ਕਰਦਾ, ਸਾਡੇ ਕੋਲ ਸਿਰਫ ਇੱਕ ਜਿਹੜਾ ਹੱਲ ਇਹ ਦੋਨਾਂ ਸਮੀਕਰਨਾਂ ਦਾ ਹੋ ਸਕਦਾ ਹੈ। ਦੂਜਾ ਸਾਡੇ ਕੋਲ ਹੋ ਸਕਦਾ ਹੈ ਅਸੀਮਿਤ ਰੂਪ ਵਿੱਚ ਕਈ ਹੱਲ, ਤੀਜੀ ਸਾਡੇ ਕੋਲ ਜਿਹੜੀ ਪੋਸੀਬਿਲਿਟੀ ਹੈ, ਸੰਭਾਵਨਾ ਹੈ, ਉਹ ਸਾਡੇ ਕੋਲ ਹੋ ਸਕਦਾ ਹੈ ਕੋਈ ਹੱਲ ਨਹੀਂ। कोई हल नहीं है। ਇਹ ਸਮੀਕਰਨਾਂ ਦੇ ਰੇਖੀ ਸਮੀਕਰਨਾਂ ਦਾ ਜਿਹੜਾ ਜੋੜਾ ਹੈ, ਇਹਦਾ ਸਾਡੇ ਕੋਲ ਵਿਲੱਖਣ ਹੱਲ ਵੀ ਹੋ ਸਕਦਾ ਹੈ, ਇਹਦੇ ਸਾਡੇ ਕੋਲ ਅਸੀਮਿਤ ਰੂਪ ਵਿੱਚ ਕਈ ਹੱਲ ਹੋ ਸਕਦੇ ਨੇ, ਮਤਲਬ ਅਣਗਿਣਤ ਹੱਲ ਹੋ ਸਕਦੇ ਨੇ, ਔਰ ਇਹਦਾ ਸਾਡੇ ਕੋਲ ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਹੱਲ ਨਾ ਹੋਵੇ। ਠੀਕ ਹੈ, ਕਿਸੇ ਵੀ ਸਮੀਕਰਨਾਂ ਦੇ ਰੇਖੀ ਸਮੀਕਰਨਾਂ ਦੇ ਜੋੜੇ ਦਾ ਸਿਰਫ ਜਾਂ ਤਾਂ ਇੱਕ ਹੱਲ ਹੋਏਗਾ ਜਾਂ ਫਿਰ ਕਈ ਹੱਲ ਹੋਣਗੇ ਜਾਂ ਕੋਈ ਨਹੀਂ। ਠੀਕ ਹੈ, इदा नहीं हो सकता कि किसी रेखी समीकरणों के जोड़े दे साडे कोल दो हल होण या तीन हल होण या चार हल होण, पॉसीबल नहीं है। या तो एक या कई, अनेक या फिर कोई नहीं। ठीक है, ठीक है जी। तो ये साडे कोल किवें पता लगता है कि किसी रेखी जोड़े दे साडे कोल हल जिहड़े ने वो एक हल है, विलक्षण हल है, असीमित रूप विच कई हल हैं या कोई हल नहीं है। उहदे लई असीं की करदे हां, ਅਸੀਂ ਇਹ ਜਿਹੜੇ ਸਾਡੇ ਕੋਲ x ਦਾ ਕੋਐਫੀਸ਼ੀਐਂਟ, x ਦਾ ਗੁਣਾਂਕ ਹੈ a1, y ਦਾ ਗੁਣਾਂਕ ਹੈ b1 ਤੇ ਕਾਂਸਟੈਂਟ ਜਿਹੜਾ ਅਚਲ ਪਦ ਹੈ ਸਾਡੇ ਕੋਲ c1, ਇਸੇ ਤਰ੍ਹਾਂ a2, b2 ਤੇ c2, ਅਸੀਂ ਇਹਨਾਂ ਦੇ ਜਿਹੜੇ ਅਨੁਪਾਤ ਹੈ ਉਹ ਚੈੱਕ ਕਰਦੇ ਹਾਂ। ਠੀਕ ਹੈ, ਆਪਾਂ a1 ਵਟਾ a2 ਚੈੱਕ ਕਰਾਂਗੇ। ਠੀਕ ਹੈ, फिर b1 बटा b2 ਜਿਹੜਾ ਹੈ ਉਹ ਅਸੀਂ ਚੈੱਕ ਕਰਾਂਗੇ, ਫਿਰ c1 ਵਟਾ c2 ਇਹਨੂੰ ਅਸੀਂ ਚੈੱਕ ਕਰਾਂਗੇ। ਠੀਕ ਹੈ, ਇਹ ਅਨੁਪਾਤ ਪਤਾ ਕਰਨ ਤੋਂ ਬਾਅਦ ਸਾਡੇ ਕੋਲ ਕੰਡੀਸ਼ਨਸ ਬਣਦੀਆਂ ਨੇ ਕਿ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੈ, ਅਗਰ ਤਾਂ ਸਾਡੇ ਕੋਲ a1 ਵਟਾ a2 ਜੋ ਹੈ ਉਹ b1 ਵਟਾ b2 ਦੇ ਬਰਾਬਰ ਨਹੀਂ ਹੈ ਤਾਂ ਫਿਰ ਸਾਡੇ ਕੋਲ ਪਹਿਲਾ ਕੇਸ ਬਣਦਾ ਹੈ ਵਿਲੱਖਣ ਹੱਲ ਵਾਲਾ, ਇੱਕ ਹੱਲ। ਠੀਕ, दूसरा जे साडे कोल a1 वटा a2 बराबर हो जाता है b1 वटा b2 दे, फिर असी तीजा जिहड़ा साडे कोल अनुपात है c1 वटा c2, फिर असी वो भी चेक करना है। अगर c1 वटा c2 भी बराबर हो जाता है, ये तीनों अनुपात बराबर हो जाते हैं, फिर साडे कोल दूसरा केस बनता है अनेक हलों वाला। अनेक हल, असीमित रूप विच कई हल।
ਤੀਜਾ ਕੇਸ, ਜੇ ਸਾਡੇ ਕੋਲ A1 ਵਟਾ A2 B1 ਵਟਾ B2 ਇਹ ਦੋਨੋਂ ਅਨੁਪਾਤ ਬਰਾਬਰ ਹੋ ਜਾਂਦੇ ਨੇ, ਪਰ ਇਹ ਅਨੁਪਾਤ ਅੱਗੇ C1 ਵਟਾ C2 ਦੇ ਬਰਾਬਰ ਨਹੀਂ ਹੋ ਜਾਂਦੇ, ਫਿਰ ਸਾਡੇ ਕੋਲ ਕੇਸ ਬਣਦਾ ਹੈ ਕਿ ਕੋਈ ਹੱਲ ਨਹੀਂ ਹੈ। ਠੀਕ ਹੈ, तो ਅਸੀਂ ਬਿਨਾ ਕੁਐਸਚਨ ਨੂੰ ਸੋਲਵ ਕੀਤਿਆਂ ਅਸੀਂ ਪਹਿਲਾਂ ਉਹਨਾਂ ਦੇ ਜਿਹੜੇ ਗੁਣਾਂਕ ਨੇ ਉਹ ਹੀ ਦੇਖ ਕੇ ਅਸੀਂ ਇਹ ਅਨੁਪਾਤ ਚੈੱਕ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਇੱਕ ਸਾਡੇ ਕੋਲ ਵਿਲੱਖਣ ਹੱਲ ਹੋਏਗਾ, ਅਨੇਕ ਹੱਲ ਹੋਣਗੇ ਇਸ ਜੋੜੇ ਦੇ, ਜਾਂ ਕੋਈ ਹੱਲ ਨਹੀਂ ਹੋਏਗਾ। ਠੀਕ ਹੈ, ਸੋ ਆਓ ਅਸੀਂ ਇੱਕ ਟੇਬਲ ਦੇਖਦੇ ਹਾਂ, ਸਾਰਣੀ ਦੇਖਦੇ ਹਾਂ, ਜਿਹਦੇ ਤੋਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਜਿਹੜਾ ਇਹ ਸਮਝ ਆ ਜਾਏਗਾ। ਤੇ ਸਾਰਣੀ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਕਿ ਰੇਖੀ ਸਮੀਕਰਨਾਂ ਦੇ ਜੋੜੇ a1x + b1y + c1 = 0 ਤੇ ਇੱਥੇ ਸਾਡੇ ਕੋਲ a2x ਆਏਗਾ, a2x b2y ਅਤੇ c2 = 0 ਦਾ ਹੱਲ ਨਿਰਧਾਰਿਤ ਕਰਨ ਲਈ ਸਥਿਤੀਆਂ। ਠੀਕ ਹੈ, ਇਹ ਸਾਡੇ ਕੋਲ ਥੱਲੇ ਲੜੀ ਨੰਬਰ ਦਿੱਤੇ ਹੋਏ ਆ, ਇਹ ਸਾਡੇ ਕੋਲ ਅਨੁਪਾਤਾਂ ਦੀ ਤੁਲਨਾ ਹੈ। ਠੀਕ ਹੈ, ਬੀਜ ਗਣਿਤਕ ਨਿਰੂਪਣ, ਆਲੇਖੀ ਵਿਧੀ, ਜੋੜਾ ਸੰਗਤ ਹੈ ਜਾਂ ਅਸੰਗਤ ਹੈ ਉਹ। ਹੁਣ ਇਹਦੇ ਤੋਂ ਸਾਨੂੰ ਦੇਖੋ, ਜੋ ਚੀਜ਼ ਆਪਾਂ ਹੁਣ ਪਿੱਛੇ ਡਿਸਕਸ ਕਰਕੇ ਆਏ ਹਾਂ, ਸਾਡੇ ਕੋਲ ਪਹਿਲਾ ਜਿਹੜਾ ਪੁਆਇੰਟ ਹੈ ਉਹ ਕੀ ਕਹਿੰਦਾ ਹੈ ਕਿ ਅਗਰ a1 ਵਟਾ a2 ਬਰਾਬਰ ਨਹੀਂ ਹੈ b1 ਵਟਾ b2 ਦੇ, ਤਾਂ ਫਿਰ ਸਾਡੇ ਕੋਲ ਇੱਕ ਹੱਲ ਹੋਏਗਾ, ਵਿਲੱਖਣ ਹੱਲ ਹੋਏਗਾ ਜੋੜੇ ਦਾ। ਠੀਕ ਹੈ, ਅੱਛਾ, ਇਹੀ ਚੀਜ਼ ਅਗਰ ਸਾਡੇ ਕੋਲ ਇੱਕ ਹੱਲ ਹੋਏ, ਫਿਰ ਸਾਡੇ ਕੋਲ ਜਿਹੜੇ ਦੋਨੋਂ ਆਲੇਖ ਬਣਨਗੇ ਦੋਨੋਂ ਸਮੀਕਰਨਾਂ ਦੇ, ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਬਣਾ ਕੇ ਆਏ ਹਾਂ, ਉਹ ਹਮੇਸ਼ਾ ਇੱਕ ਦੂਜੇ ਨੂੰ ਕੱਟਦੇ ਹੋਏ ਬਣਨਗੇ। ਅਗਰ ਇੱਕ ਹੱਲ ਹੈ ਸਮੀਕਰਨਾਂ ਦੇ, ਰੇਖੀ ਸਮੀਕਰਨਾਂ ਦੇ ਜੋੜੇ ਦਾ, ਤਾਂ ਫਿਰ ਸਾਡੇ ਕੋਲ ਜਿਹੜੀਆਂ ਰੇਖਾਵਾਂ ਨੇ, ਇਹਨਾਂ ਦੇ ਆਲੇਖ ਨੇ, ਗ੍ਰਾਫ ਨੇ, ਉਹ ਇਸ ਤਰ੍ਹਾਂ ਇੱਕ ਦੂਜੇ ਨੂੰ ਕੱਟਦੇ ਹੋਏ ਬਣਨਗੇ। ਜਿਸ ਬਿੰਦੂ ਤੇ ਇਹ ਕੱਟਣਗੇ ਆਪਸ, ਉਹੀ ਸਾਡੇ ਕੋਲ ਸਮੀਕਰਨ ਦਾ ਹੱਲ ਹੁੰਦਾ ਹੈ। ਠੀਕ ਹੈ, ਤੇ ਇਹੋ ਜਿਹੇ ਜੋੜੇ ਨੂੰ ਜਿਹਦਾ ਇੱਕ ਹੱਲ ਹੋਵੇ ਉਹਨੂੰ ਅਸੀਂ ਸੰਗਤ ਜੋੜਾ ਕਹਿੰਦੇ ਆ। ਇਹ ਵੀ ਚੀਜ਼ ਯਾਦ ਰੱਖਣੀ ਆ, ਸੰਗਤ ਜੋੜਾ, ਇਹਨੂੰ ਅਸੀਂ ਕੰਸਿਸਟੈਂਟ ਵੀ ਬੋਲਦੇ ਆ। ਠੀਕ ਹੈ, ਕੰਸਿਸਟੈਂਟ ਪੇਅਰ। ਦੂਸਰੀ ਕੰਡੀਸ਼ਨ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਡਿਸਕਸ ਕਰਕੇ ਆਏ ਕਿ a1 ਵਟਾ a2 ਬਰਾਬਰ b1 ਵਟਾ b2 ਬਰਾਬਰ c1 ਵਟਾ c2 ਅਗਰ ਹੈ, ਤਾਂ ਉਸ ਸਮੀਕਰਨਾਂ ਦੇ ਜੋੜੇ ਦੇ ਅਨੇਕ ਹੱਲ ਹੋਣਗੇ, ਇਨਫਾਈਨਾਈਟ ਸੋਲੂਸ਼ਨ ਹੋਣਗੇ, ਅਣਗਿਣਤ ਸੋਲੂਸ਼ਨ ਹੋਣਗੇ। ਔਰ ਇਹਦੇ 'ਚ ਸਾਡੇ ਕੋਲ ਜਿਹੜੀਆਂ ਸੰਪਾਤੀ ਰੇਖਾਵਾਂ ਬਣਦੀਆਂ ਨੇ, ਜਦੋਂ ਅਸੀਂ ਉਹਨਾਂ ਦਾ ਆਲੇਖ ਬਣਾਉਂਦੇ ਹਾਂ। ਸੰਪਾਤੀ ਰੇਖਾਵਾਂ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਲਾਈਨ ਦਾ ਜਿਹੜਾ ਗ੍ਰਾਫ ਹੈ ਉਹ ਡਰਾਅ ਕਰੋਗੇ, ਤਾਂ ਦੂਜੀ ਲਾਈਨ ਦਾ ਗ੍ਰਾਫ ਵੀ ਜਦੋਂ ਤੁਸੀਂ ਡਰਾਅ ਕਰੋਗੇ, ਉਹ ਉਸੇ ਲਾਈਨ ਦੇ ਉੱਪਰ ਹੀ ਬਣ ਜਾਏਗਾ। ਇਹਨਾਂ ਨੂੰ ਅਸੀਂ ਸੰਪਾਤੀ ਜਾਂ ਕੋਇਨਸੀਡੈਂਟ ਲਾਈਨਸ ਜਿਹੜੀਆਂ ਬੋਲਦੇ ਹਾਂ। ਠੀਕ ਹੈ, ਪਹਿਲੇ ਕੇਸ ਦੇ ਵਿੱਚ ਸਾਡੇ ਕੋਲ ਰੇਖਾਵਾਂ ਦੋਨੋਂ ਆਪਸ 'ਚ ਕੱਟਦੀਆਂ ਨੇ, ਤਾਂ ਉਹਦੇ 'ਚ ਸਿਰਫ ਇੱਕ ਬਿੰਦੂ ਜਿਹੜਾ ਹੈ ਉਹ ਦੋਨਾਂ ਦਾ ਸਾਂਝਾ ਬਿੰਦੂ ਹੈ। ਦੂਸਰੇ ਕੇਸ ਦੇ ਵਿੱਚ ਜਿਹੜੀਆਂ ਸੰਪਾਤੀ ਰੇਖਾਵਾਂ ਦੀ ਆਪਾਂ ਗੱਲ ਕਰਦੇ ਹਾਂ, ਇਹਦੇ 'ਚ ਦੋਨੋਂ ਰੇਖਾਵਾਂ ਬਿਲਕੁਲ ਇੱਕ ਦੂਜੇ ਦੇ ਉੱਪਰ ਹੀ ਬਣਦੀਆਂ ਨੇ, ਤਾਂ ਇਹਨਾਂ ਦੇ ਸਾਰੇ ਹੀ ਬਿੰਦੂ ਸਾਂਝੇ ਹੁੰਦੇ ਨੇ, ਇਸ ਕਰਕੇ ਇਹਨਾਂ ਦੇ ਹੱਲ ਵੀ ਜਿਹੜੇ ਅਨੇਕ ਸਾਡੇ ਕੋਲ ਉਹ ਬਣ ਜਾਂਦੇ ਨੇ। ਅਨੇਕ ਹੱਲ ਜਦੋਂ ਜੋੜੇ ਦੇ ਹੋਣ, ਉਸ ਵੇਲੇ ਉਸ ਜੋੜੇ ਨੂੰ ਵੀ ਸੰਗਤ ਜੋੜਾ ਕਿਹਾ ਜਾਂਦਾ ਹੈ, ਕੰਸਿਸਟੈਂਟ ਪੇਅਰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਤੀਸਰਾ ਕੇਸ ਹੈ। ਤੀਸਰੇ ਕੇਸ ਦੇ ਵਿੱਚ ਸਾਡੇ ਕੋਲ ਅਗਰ a1 ਵਟਾ a2 b1 ਵਟਾ b2 ਦੇ ਬਰਾਬਰ ਹੈ, ਪਰ ਇਹ ਦੋਨੋਂ ਅੱਗੇ c1 ਵਟਾ c2 ਦੇ ਬਰਾਬਰ ਨਹੀਂ ਹਨ, ਤਾਂ ਸਾਡੇ ਕੋਲ ਸਮੀਕਰਨਾਂ ਦੇ ਜੋੜੇ ਦਾ ਕੋਈ ਹੱਲ ਨਹੀਂ ਹੁੰਦਾ। ਇਸ ਵੇਲੇ ਜਦੋਂ ਅਸੀਂ ਇਹਨਾਂ ਦੇ ਆਲੇਖ ਬਣਾਵਾਂਗੇ, ਤਾਂ ਉਹ ਸਾਡੇ ਕੋਲ ਜਿਹੜੇ ਨੇ ਉਹ ਲਾਈਨਸ ਸਮਾਨਾਂਤਰ ਬਣਦੀਆਂ ਨੇ, ਇੱਕ ਦੂਸਰੇ ਦੇ ਬਿਲਕੁਲ ਸਮਾਨਾਂਤਰ, ਉਹ ਕਿਤੇ ਵੀ ਕੱਟਦੀਆਂ ਨਹੀਂ। ਕਹਿਣ ਦਾ ਭਾਵ ਹੈ ਕਿ ਉਹਨਾਂ ਦਾ ਕੋਈ ਸਾਂਝਾ ਬਿੰਦੂ ਨਹੀਂ ਹੁੰਦਾ। ਜਿਵੇਂ ਰੇਲ ਦੀਆਂ ਪਟੜੀ ਆਪਾਂ ਦੇਖਦੇ ਹਾਂ ਨਾ, ਉਹ ਬਿਲਕੁਲ ਇਸੇ ਢੰਗ ਦੇ ਨਾਲ ਦੋਨੋਂ ਲਾਈਨਸ ਜਿਹੜੀਆਂ ਇੱਕ ਦੂਸਰੇ ਦੇ ਸਮਾਨਾਂਤਰ ਪੈਰਲਲ ਚੱਲਦੀਆਂ ਨੇ। ਠੀਕ ਹੈ, ਤੋ ਇਹੋ ਜਿਹੇ ਜੋੜੇ ਨੂੰ ਜਿਹਦਾ ਕੋਈ ਹੱਲ ਨਾ ਹੋਵੇ, ਜਿਨ੍ਹਾਂ ਦੇ ਜਿਹੜੇ ਗ੍ਰਾਫ ਹੈ ਉਹ ਇੱਕ ਦੂਸਰੇ ਦੇ ਸਮਾਨਾਂਤਰ ਲਾਈਨਸ ਬਣ ਜਾਣ, ਤਾਂ ਉਹ ਸਾਡੇ ਕੋਲ ਜਿਹੜਾ ਰੇਖੀ ਜੋੜਾ ਹੈ ਉਹਨੂੰ ਅਸੀਂ ਅਸੰਗਤ ਜੋੜਾ ਕਹਿੰਦੇ ਆ, ਇਨਕਨਸਿਸਟੈਂਟ ਆਪਾਂ ਇਹਨੂੰ ਬੋਲਦੇ ਹਾਂ। ਠੀਕ ਹੈ, ਕੱਟਦੀਆਂ ਰੇਖਾਵਾਂ ਦਾ ਭਾਵ ਹੈ ਇੰਟਰਸੈਕਟਿੰਗ ਲਾਈਨਸ, ਸੰਪਾਤੀ ਰੇਖਾਵਾਂ ਦਾ ਕੋਇਨਸੀਡੈਂਟ ਲਾਈਨਸ, ਸਮਾਨਾਂਤਰ ਰੇਖਾਵਾਂ ਦਾ ਮਤਲਬ ਹੈ ਕਿ ਪੈਰਲਲ ਲਾਈਨਸ। ਇੱਕ ਹੱਲ ਮਤਲਬ ਯੂਨੀਕ ਸੋਲੂਸ਼ਨ, ਅਨੇਕ ਹੱਲ ਇਨਫਾਈਨਾਈਟ ਸੋਲੂਸ਼ਨ, ਕੋਈ ਹੱਲ ਨਹੀਂ ਹੈ ਮੀਨਸ ਨੋ ਸੋਲੂਸ਼ਨ। ਠੀਕ ਹੈ, ਸੋ ਇਸ ਤਰ੍ਹਾਂ ਅਸੀਂ ਸਿਰਫ ਗੁਣਾਂਕਾਂ ਦੇ ਅਨੁਪਾਤ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਕੋਈ ਵੀ ਜਿਹੜਾ ਸਾਡੇ ਕੋਲ ਜੋੜਾ ਹੈ ਉਹਦੇ ਹੱਲ ਕਿਵੇਂ ਦੇ ਨੇ, ਉਹਦਾ ਗ੍ਰਾਫ ਕਿਵੇਂ ਦਾ ਬਣੇਗਾ, ਕੱਟਦੀਆਂ ਰੇਖਾਵਾਂ ਬਣਨਗੀਆਂ ਜਾਂ ਸੰਪਾਤੀ ਰੇਖਾਵਾਂ ਬਣਨਗੀਆਂ ਜਾਂ ਸਮਾਨਾਂਤਰ ਰੇਖਾਵਾਂ ਬਣਨਗੀਆਂ। ਜਾਂ ਅਸੀਂ ਦੇਖ ਕੇ ਇਹ ਵੀ ਦੱਸ ਸਕਦੇ ਹਾਂ, ਜਦੋਂ ਸਾਨੂੰ ਪੁੱਛਿਆ ਜਾਵੇ ਕਿ ਜਿਹੜਾ ਜੋੜਾ ਹੈ ਉਹ ਸੰਗਤ ਹੈ ਜਾਂ ਅਸੰਗਤ ਹੈ। ਠੀਕ ਹੈ, ਤਾਂ ਇਹ ਸਾਰਾ ਟੇਬਲ ਤੁਸੀਂ ਨੋਟ ਜ਼ਰੂਰ ਕਰ ਲੈਣਾ, ਫਿਰ ਇਹਨੂੰ ਯਾਦ ਵੀ ਕਰਨਾ ਹੈ, ਤੁਹਾਡੇ ਬਹੁਤ ਕੰਮ ਆਏਗਾ। ਕੁਐਸਚਨ ਇਸ ਪੋਰਸ਼ਨ ਦੇ ਵਿੱਚੋਂ ਜ਼ਰੂਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਠੀਕ, तो मैंने उम्मीद है कि सारी चीज़ जी तुसी समझ ली होएगी। अगर नहीं कोई चीज़ पता लगी तो उन्होंने रिपीट करके देख सकते हो, वीडियो में पॉज करके टेबल तुसी जरूर बना लेना। ठीक है, आओ हुण आपां क्वेश्चन अभ्यास 3.2 के जिहड़े अगले क्वेश्चन है वो आपां करते हैं।
हाँ जी विद्यार्थियों, ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਡੇ ਕੋਲ ਅਭਿਆਸ 3.2 ਦੇ ਸਵਾਲ ਦੂਜਾ ਤੇ ਤੀਜਾ, ਠੀਕ ਹੈ। ਸੈਕਿੰਡ ਕੁਐਸਚਨ ਜਿਹੜਾ ਸਾਡੇ ਕੋਲ ਹੈ ਕੀ ਹੈ ਕਿ ਅਨੁਪਾਤਾਂ a1 ਬਟਾ a2 b1 ਬਟਾ b2 ਅਤੇ c1 ਬਟਾ c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਸਮੀਕਰਨ ਜੋੜਿਆਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ, ਸਮਾਨ ਅੰਤਰ ਹਨ ਜਾਂ ਸੰਪਾਤੀ ਹਨ, ਠੀਕ ਹੈ। ਤੋ ਜੋ ਅਸੀਂ ਪਿਛਲੇ ਟੇਬਲ ਦੇ ਵਿੱਚ ਲਾਸਟ ਵੀਡੀਓ ਦੇ ਵਿੱਚ ਪਹਿਲਾਂ ਅਸੀਂ ਇਸ ਵੀਡੀਓ ਦੇ ਵਿੱਚ ਪਹਿਲਾਂ ਜੋ ਅਸੀਂ ਡਿਸਕਸ ਕਰਕੇ ਆਏ ਹਾਂ ਉਸੇ ਦੇ ਬੇਸ ਸਾਡੇ ਕੋਲ ਇਹ ਕੁਐਸਚਨ ਹੈ। ਇਸੇ ਤਰ੍ਹਾਂ ਤੀਜਾ ਕੁਐਸਚਨ ਤੁਸੀਂ ਦੇਖ ਸਕਦੇ ਹੋ, ਅਨੁਪਾਤਾਂ a1 ਬਟਾ a2 b1 ਬਟਾ b2 c1 ਬਟਾ c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਰੇਖੀ ਸਮੀਕਰਨਾਂ ਦੇ ਜੋੜੇ ਸੰਗਤ ਹਨ ਜਾਂ ਅਸੰਗਤ ਹਨ, ਠੀਕ ਹੈ। तो ਬਿਲਕੁਲ ਜੇ ਤੁਹਾਨੂੰ ਪਹਿਲਾਂ ਵਾਲੀ ਚੀਜ਼ ਜਿਹੜੀ ਆਪਾਂ ਡਿਸਕਸ ਕੀਤੀ ਹੈ ਉਹ ਤੁਹਾਨੂੰ ਸਮਝ ਆ ਗਈ ਹੈ ਤੇ ਕੁਐਸਚਨ ਬੜੀ ਆਸਾਨੀ ਦੇ ਨਾਲ ਤੁਸੀਂ ਕਰ ਸਕਦੇ ਹੋ। ਇਹਦੇ ਵਿੱਚੋਂ ਦੋ ਕੁਐਸਚਨ ਜਿਹੜੇ ਤੁਹਾਨੂੰ ਮੈਂ ਕਰਵਾਵਾਂਗਾ, ਠੀਕ ਹੈ। ਇਹਦੇ ਵਿੱਚੋਂ ਪਹਿਲਾਂ ਅਸੀਂ ਫਰਸਟ ਕੁਐਸਚਨ ਜਿਹੜਾ ਇਹਦਾ ਕਰ ਲੈਂਦੇ ਹਾਂ, ਠੀਕ। ਤੇ ਇੱਕ ਅਸੀਂ ਫਿਰ ਥਰਡ ਦੇ ਵਿੱਚੋਂ ਵੀ ਆਪਾਂ ਇੱਕ ਪਾਰਟ ਜਿਹੜਾ ਉਹ ਕਰਾਂਗੇ, ਠੀਕ ਹੈ। ਬਾਕੀ ਬਹੁਤ ਆਸਾਨੀ ਦੇ ਨਾਲ ਤੁਸੀਂ ਕਰ ਪਾਓਗੇ ਆਪਣੇ ਆਪ ਹੀ। ਫਿਰ ਵੀ ਕੋਈ ਦਿੱਕਤ ਆਈ ਤੇ ਜ਼ਰੂਰ ਕਮੈਂਟ ਬਾਕਸ ਤੁਸੀਂ ਦੱਸ ਸਕਦੇ ਹੋ, ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ। ਤਾਂ ਆਓ ਦੇਖਦੇ ਹਾਂ ਆਪਾਂ ਕੁਐਸਚਨ ਨੰਬਰ ਫਰਸਟ ਕਿਵੇਂ ਕਰਨਾ ਹੈ। ਸੋ ਸੈਕਿੰਡ ਪਾਰਟ ਦਾ ਫਰਸਟ ਕੁਐਸਚਨ ਜਿਹੜਾ ਸਾਡੇ ਕੋਲ ਹੈ ਇਹ ਸਾਨੂੰ ਦਿੱਤਾ ਹੈ 5x ਮਾਈਨਸ 4y ਜਮਾ 8 ਬਰਾਬਰ 0। ਇਸੇ ਤਰ੍ਹਾਂ 7x ਜਮਾ 6y ਮਾਈਨਸ 9 ਬਰਾਬਰ 0, ਠੀਕ ਹੈ। तो सब तो पहला ਆਪਾਂ ਕੀ ਕਰਨਾ ਹੈ, ਆਪਾਂ ਇਹਨਾਂ ਸਮੀਕਰਨਾਂ ਨੂੰ ਕੰਪੇਅਰ ਕਰਾਂਗੇ, ਠੀਕ ਹੈ। ਸਮੀਕਰਨ 1 ਅਤੇ 2 ਦੀ ਤੁਲਨਾ a1x plus b1y plus c1 ਬਰਾਬਰ 0 ਅਤੇ a2x plus b2y plus c2 ਬਰਾਬਰ 0 ਨਾਲ ਕਰਨ ਤੇ ਹਾਂਜੀ ਸਟੂਡੈਂਟਸ, ਜਦੋਂ ਅਸੀਂ ਤੁਲਨਾ ਕਰਾਂਗੇ ਤਾਂ ਸਾਡੇ ਕੋਲ a1 ਕੀ ਬਣਦਾ ਹੈ, ਤੁਸੀਂ ਦੇਖ ਸਕਦੇ ਹੋ a1 ਸਾਡੇ ਕੋਲ 5 ਹੈ, b1 ਮਾਈਨਸ 4 ਹੈ, c1 ਸਾਡੇ ਕੋਲ 8 ਹੈ। तो a1 बराबर 5, b1 बराबर माइनस 4 और c1 बराबर 8। इसी तरह a2 साढ़े कोल 7 के बराबर है, b2 साढ़े कोल 6 के बराबर है ते c2 साढ़े कोल माइनस 9 के बराबर है, ठीक है। तो हुण असीं इन्हां दे अनुपात जिहड़े ओह लिख लांगे। a1 वटा a2 साढ़े कोल बनदा है 5 वटा 7। फिर b1 वटा b2 ਇਹ ਸਾਡੇ ਕੋਲ ਬਣਦਾ ਹੈ -4 ਵਟਾ 6। ਇਹਨੂੰ ਅਸੀਂ ਅਗਰ ਅੱਗੇ 2 ਦੇ ਨਾਲ ਕੱਟ ਦਿੰਦੇ ਹਾਂ ਤਾਂ ਇਹ ਸਾਡੇ ਕੋਲ -2 ਵਟਾ 3 ਬਣ ਜਾਏਗਾ, ਠੀਕ। तो b1 ਵਟਾ b2 ਸਾਡੇ ਕੋਲ ਕੀ ਹੋ ਗਿਆ -2 ਵਟਾ 3। ਇਸੇ ਤਰ੍ਹਾਂ c1 ਵਟਾ c2 ਜਿਹੜਾ ਹੈ ਉਹ ਸਾਡੇ ਕੋਲ ਬਣ ਜਾਏਗਾ 8 ਵਟਾ -9। ਇਹਨੂੰ ਅਸੀਂ -8 ਵਟਾ 9 ਲਿਖ ਸਕਦੇ ਹਾਂ। तो ਤੁਸੀਂ ਦੇਖ ਸਕਦੇ ਹੋ ਕਿ a1 ਵਟਾ a2 ਸਾਡੇ ਕੋਲ 5 ਵਟਾ 7 ਦੇ ਬਰਾਬਰ ਹੈ और b1 ਵਟਾ b2 ਇਹ ਸਾਡੇ ਕੋਲ -2 ਵਟਾ 3 ਦੇ ਬਰਾਬਰ ਹੈ। तो ਅਸੀਂ ਦੇਖ ਸਕਦੇ ਹਾਂ a1 ਵਟਾ a2 ਜਿਹੜਾ b1 ਵਟਾ b2 ਦੇ ਬਰਾਬਰ ਨਹੀਂ ਹੈ, ਠੀਕ ਹੈ, ਕਿਉਂਕਿ a1 ਵਟਾ a2 ਬਰਾਬਰ ਨਹੀਂ ਹੈ b1 ਵਟਾ b2 ਦੇ। ਇਸ ਲਈ ਕੀ ਹੋਏਗਾ, ਆਪਾਂ ਇੱਕ ਵਾਰ ਟੇਬਲ ਦੇਖ ਲਈਏ ਜਿਹੜਾ ਟੇਬਲ ਅਸੀਂ ਬਣਾਇਆ ਸੀ। तो ਸਾਡੇ ਕੋਲ a1 ਵਟਾ a2 b1 ਵਟਾ b2 ਦੇ ਸਮਾਨ ਨਹੀਂ ਹੈ। ਉਸ ਵੇਲੇ ਸਾਡੇ ਕੋਲ ਤਿੰਨੋਂ ਚੀਜ਼ਾਂ ਅਸੀਂ ਦੱਸ ਸਕਦੇ ਹਾਂ ਕਿ ਅਗਰ ਹੱਲ ਪੁੱਛਿਆ ਤਾਂ ਅਸੀਂ ਦੱਸ ਸਕਦੇ ਹਾਂ ਕਿ ਇਹਦਾ ਇੱਕ ਹੱਲ ਹੋਏਗਾ, ਵਿਲੱਖਣ ਹੱਲ ਹੋਏਗਾ। ਅਗਰ ਅਲੇਖ ਬਾਰੇ ਪੁੱਛਿਆ ਤਾਂ ਆਪਾਂ ਦੱਸ ਸਕਦੇ ਹਾਂ ਕਿ ਕਾਟਵੀਆਂ ਰੇਖਾਵਾਂ ਬਣਨਗੀਆਂ। ਅਗਰ ਸੰਗਤ ਜਾਂ ਅਸੰਗਤ ਪੁੱਛਿਆ ਤਾਂ ਅਸੀਂ ਦੱਸ ਸਕਦੇ ਹਾਂ ਕਿ ਸਾਡੇ ਕੋਲੇ ਸੰਗਤ ਜੋੜਾ ਹੈ। तो ਇਹ ਸਵਾਲ ਦੇ ਵਿੱਚ ਦੂਜੇ ਸਵਾਲ ਦੇ ਵਿੱਚ ਜਿਹੜਾ ਸਾਨੂੰ ਕੁਐਸਚਨ ਪੁੱਛਿਆ ਗਿਆ ਉਹ ਇਹ ਪੁੱਛਿਆ ਗਿਆ ਸੀ ਇਹ ਦੱਸਣਾ ਕਿ ਜਿਹੜੀਆਂ ਰੇਖਾਵਾਂ ਬਣਨਗੀਆਂ ਉਹ ਸਾਡੇ ਕੋਲ ਇੱਕ ਬਿੰਦੂ ਤੇ ਕੱਟਣਗੀਆਂ, ਸਮਾਨਾਂਤਰ ਹੋਣਗੀਆਂ ਜਾਂ ਸੰਪਾਤੀ ਹੋਣਗੀਆਂ। तो ਇੱਥੋਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਕੀ ਹੋਏਗਾ ਜਦੋਂ a1 ਵਟਾ a2 b1 ਵਟਾ b2 ਦੇ ਬਰਾਬਰ ਨਹੀਂ ਹੈ ਤਾਂ ਸਾਡੇ ਕੋਲ ਜਿਹੜੀਆਂ ਰੇਖਾਵਾਂ ਨੇ ਉਹ ਕੱਟਦੀਆਂ ਰੇਖਾਵਾਂ ਬਣਨਗੀਆਂ, ਇੱਕ ਬਿੰਦੂ ਤੇ ਕੱਟਣ ਵਾਲੀਆਂ ਰੇਖਾਵਾਂ ਬਣਨਗੀਆਂ। तो ਇਸ ਸਵਾਲ ਦਾ ਸਾਡੇ ਕੋਲ ਆਨਸਰ ਕੀ ਬਣੇਗਾ, ਠੀਕ ਹੈ। तो ਕਿਉਂਕਿ a1 ਵਟਾ a2 b1 ਵਟਾ b2 ਦੇ ਬਰਾਬਰ ਨਹੀਂ ਹੈ, ਇਸ ਲਈ
दोनों दित्तियां समीकरणां ਦਿੱਤੀਆਂ ਹੋਈਆਂ ਸਮੀਕਰਨਾਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਣਗੀਆਂ। ਇੱਕ ਬਿੰਦੂ ਤੇ ਕੱਟਣਗੀਆਂ। ठीक है विद्यार्थियों, तो ये साडे कोल पहले सवाल का हल है। तो ये टेबल तुहाडे बहुत काम दा है। ठीक है, जे तां साडे कोल ये कंडीशन आ गई उस वेले रेखावां कटदियां ने। अगर साडे कोल ये वाली चीज़ बन जाती फिर साडे कोल रेखावां संपाती हो जानियां सी। अगर ये साडे कोल रिजल्ट बनदा है फिर साडे कोल आपां बोल देना सी कि रेखावां जिहड़ियां ओह समानांतर होणगीਆਂ। इसे ढंग दे नाल चैक करके इन्हां तीनां चीज़ां नूं फर्स्ट सैकेंड ते थर्ड नूं चैक करके अनुपात नूं असीं भी दसांगे अगले सवाल दे विच कि साडे कोल जिहड़े रेखावां ने वो संगत जोड़ा है जिहड़ा समीकरणां दा वो संगत है या असंगत है। ठीक है, एक सवाल हुण असीं तीजे दे विचों करांगे, बाकी दूजे दे जिहड़े सवाल ने उसी अपने आप हल करने ने। ठीक है, तो ये दूजा सवाल तुसीं अपने आप, तीजा सवाल तुसीं अपने आप करना है, बहुत आसान ने हो जाणगे ये। इस तो बाद तीसरा जिहड़ा सवाल है साडे कोल वो है असीं ये दसना है अनुपात चैक करने ते उस तो बाद ये दसना है कि रेखी समीकरणां दे जोड़े जिहड़े संगत ने या असंगत ने। वो कंडीशनस जिहड़ियां सारियां आपां टेबल दे विच लिखियां ने, इस तो पहलां नोट कीतियां ने, उही आपां इत्थे भी यूज़ करनियां ने। ठीक है, इहदे विचों आपां एक सवाल कर लैणे किहड़ा तीसरा सवाल मैं कर देना, बाकी तुसीं सवाल जिहड़े अपने आप ट्राई करने ने। ठीक है, क्योंकि फिर वीडियो बहुत लंबी हो जाती है। थर्ड क्वेश्चन आपां देखदे हां। तो तीजे क्वेश्चन का तीजा पार्ट जिहड़ा आपां करन जा रहे हैं। ठीक, ये साडे कोल है 3/2x जमा 5/3y बराबर 7। ये साडे कोल एक समीकरण है। दूजी समीकरण साडे कोल है 9x घटाओ 10y बराबर 14। ठीक है जी, तो ये पहला आप इवें करते हैं, 7 ते 14 नूं असीं खब्बे पासे शिफ्ट कर लैंदे हैं। ठीक, इहनूं असीं नंबर 1 इक्वेशन नहीं मनते। हाँ जी, जिहड़ी पहली समीकरण है साडे कोल हो जाएगी 3/2x जमा 5/3y माइनस 7 बराबर 0, नंबर 1। दूसरी समीकरण साडे कोल हो जाएगी 9x घटाओ 10y माइनस 14 बराबर 0, नंबर 2। ठीक है, इन्हां नूं जदों असीं जनरल जिहड़ियां इक्वेशनस ने उहदे नाल कंपेयर करांगे तां साडे कोल a1 a2 की आ जाएगा। a1 साडे कोल बन जाएगा 3/2, तुसीं देख सकते हो। b1 साडे कोल बन जाएगा 5/3 और c1 साडे कोल बन जाएगा माइनस दे 7। a2 साडे कोल आ जाएगा 9 और b2 साडे कोल बनता है माइनस दे 10 और c2 साडे कोल बनता है माइनस दे 14। ठीक है, तो हुण असीं इन्हां दा अनुपात जिहड़ा वो देख लैंदे हां। तो a1/a2 ये साडे कोल बन रहा है 3/2/9, जिहड़ा वटा 9 इहनूं असीं 9/1 लिख सकते हैं। ठीक है, तो ये मेरे कोल बन जाएगा जिहड़ा नीचे साडे कोल थल्ले है प्रमेय संख्या, इहदा रेसिप्रोकल हो जाएगा, उल्ट क्रम हो जाएगा, साडे कोल 1/9 बन जाएगा। ये 3 दे नाल आपां कट देंगे इहनूं 9 नूं, ये साडे कोल बन जाएगा 1/6। तो a1/a2 साडे कोल कितना हो गया 1/6। इस तो बाद b1/b2 b1/b2 साडे कोल हो गया 5/3 बटा -10। b2 की कीमत साडे कोल कितनी है -10, तो इनू मैं -10/1 लिख सकता है। ठीक, तो ये अपने कोल बन जाएगा 5/3 गुणा ते ब्रैकेट दे विच -1/10 बन जाएगा साडे कोल। ठीक, तो ये 5 दे नाल आपां ये 10 कट सकते हैं, इत्थे साडे कोल 2 आ जाएगा, तो ये मेरे कोल बन जाएगा -1/6। तो असीं देख सकते हैं a1/a2 की जिहड़ी कीमत है वो साडे कोल 1/6 आ गई, b1/b2 की कीमत साडे कोल -1/6 आ गई। दोनों कीमतां बराबर नहीं हैगियां ने। तो असीं लिख सकते हैं क्योंकि ये भी साडे कोल पहला वाला केस ही बन गया, क्योंकि a1/a2 बराबर नहीं है b1/b2। वैसे तो दोनों 1/6 सी, बट साइन का फर्क हो गया है ना। इसलिए दित्तियां हुईयां समीकरणां रेखी समीकरणां दा जोड़ा
संगत है। ਦਿੱਤੀਆਂ ਹੋਈਆਂ ਰੇਖੀ ਸਮੀਕਰਨਾਂ ਦਾ ਜੋੜਾ जोड़ा संगत है। ठीक है बच्चों, ठीक है, आई होप कितने कोई मिस्टेक ना हुई होगी। ठीक जी, तो इस तो बाद एक बार ਆਪਾਂ ਟੇਬਲ ਫਿਰ ਦੇਖ ਲੈਂਦੇ ਹਾਂ ਕਿ ਰੇਖੀ ਸਮੀਕਰਨਾਂ ਦਾ ਜਿਹੜਾ ਜੋੜਾ ਹੈ ਉਹ ਸੰਗਤ ਕਦੋਂ ਹੁੰਦਾ ਹੈ, ਜਦੋਂ ਉਹਦਾ ਜਾਂ ਇੱਕ ਹੱਲ ਹੋਵੇ ਜਾਂ ਅਨੇਕ ਹੱਲ ਹੋਣ। ਠੀਕ ਹੈ, ਹੱਲ ਹੋਣਾ ਜ਼ਰੂਰੀ ਹੈ ਸੰਗਤ ਹੋਣ ਦੇ ਲਈ। ਠੀਕ ਹੈ, ਜਦੋਂ ਕੋਈ ਹੱਲ ਨਹੀਂ ਹੈ ਉਸ ਵੇਲੇ ਸਿਰਫ ਆਪਾਂ ਕਹਿੰਦੇ ਆ ਕਿ ਜਿਹੜਾ ਸਾਡੇ ਕੋਲ ਰੇਖੀ ਜੋੜਾ ਉਹ ਅਸੰਗਤ ਹੈ। ਇਹ ਚੀਜ਼ ਯਾਦ ਰੱਖ ਲੈਣੀ ਹੈ। ਸੰਗਤ ਕਦੋਂ ਕਦੋਂ ਹੋਏਗਾ, ਜਦੋਂ ਵੀ ਹੱਲ ਹੋਏਗਾ, ਚਾਹੇ ਇੱਕ ਹੱਲ ਹੋਵੇ ਚਾਹੇ ਅਨੇਕ ਹੱਲ ਹੋਣ, ਤਾਂ ਜੋੜਾ ਜਿਹੜਾ ਸੰਗਤ ਹੋਏਗਾ। ਜੇ ਕੋਈ ਵੀ ਹੱਲ ਨਹੀਂ ਹੈ ਫਿਰ ਸਾਡੇ ਕੋਲ ਜਿਹੜਾ ਸਮੀਕਰਨਾਂ ਦਾ ਜੋੜਾ ਉਹ ਅਸੰਗਤ ਹੋਏਗਾ। ਠੀਕ ਹੈ, ਇਹਨੂੰ ਤੁਸੀਂ ਜ਼ਰੂਰ ਆਪਣਾ ਸੈੱਟ ਕਰਕੇ ਲਿਖਿਓ ਤੇ 2 2 2 ਆਉਣਾ ਚਾਹੀਦਾ ਸਾਡੇ ਕੋਲ। ਠੀਕ ਹੈ ਜੀ, ਠੀਕ ਹੈ ਵਿਦਿਆਰਥੀਓ। ਸੋ ਜਿਨ੍ਹਾਂ ਨੇ ਵੀਡੀਓ ਬਹੁਤ ਚੰਗੀ ਤਰ੍ਹਾਂ ਦੇਖੀ ਹੈ, ਮੈਨੂੰ ਉਮੀਦ ਹੈ ਕਿ ਉਹ ਸਾਡੇ ਕੋਲ ਉਹਨਾਂ ਨੂੰ ਇਹ ਸਵਾਲ ਨੰਬਰ 2 ਤੇ ਸਵਾਲ ਨੰਬਰ 3 ਜਿਹੜਾ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਫਿਰ ਵੀ ਅਗਰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਠੀਕ, ਤੇ ਇਹ ਸਾਰੇ ਕੁਐਸਚਨਸ ਜ਼ਰੂਰ ਹੱਲ ਕਰਨੇ ਨੇ। ਇਹਨਾਂ ਦੇ ਆਨਸਰਸ ਵੀ ਕੋਸ਼ਿਸ਼ ਕਰਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਨਸਰ ਕਰਕੇ ਨੰਬਰ ਪਾ ਕੇ ਮੈਨੂੰ ਦੱਸਿਓ ਕਿ ਕੀ ਆਨਸਰਸ ਤੁਹਾਡੇ ਆਏ ਨੇ। ਠੀਕ ਹੈ ਵਿਦਿਆਰਥੀਓ, ਠੀਕ ਹੈ ਸਟੂਡੈਂਟਸ, ਤਾਂ ਹੁਣ ਆਪਾਂ ਮਿਲਾਂਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕੁਐਸਚਨਸ ਦੇ ਨਾਲ। ਅਗਲੇ ਕੁਐਸਚਨ ਜਿਹੜੇ ਉਹ ਡਿਸਕਸ ਕਰਾਂਗੇ ਆਪਾਂ। ਠੀਕ, ਉਦੋਂ ਤੱਕ ਸਤਿ ਸ਼੍ਰੀ ਅਕਾਲ। ਲਾਸਟ ਤੱਕ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ।